ਧੰਨਵਾਦ ਕਰਦੇ ਹਾਂ ਕਿ ਪਹਿਲਾਂ ਆਪਾਂ ਗੀਤਾਂ ਦੇ ਰਾਹੀਂ ਪਰਮੇਸ਼ਰ ਦੇ ਨਾਮ ਦੀ ਮਹਿਮਾ ਕੀਤੀ ਔਰ ਪ੍ਰਭੂ ਯਿਸੂ ਮਸੀਹ ਦੇ ਨਾਮ ਨੂੰ ਚਲਾਲ ਦਿੱਤਾ, ਉਹਦੇ ਨਾਮ ਦੀ ਬੜਾਈ, ਉਹਦੇ ਨਾਮ ਦੀ ਮਹਿਮਾ ਕੀਤੀ। ਪ੍ਰਭੂ ਦਾ ਬਹੁਤ ਸ਼ੁਕਰ ਕਰਦੇ, ਦਾ ਧੰਨਵਾਦ ਕਰਦੇ ਕਿ ਕਿਸ ਤਰ੍ਹਾਂ ਦੋ ਸਿਸਟਰ ਸਾਡੇ ਵਿੱਚ, ਸਿਸਟਰ ਰੂਥ ਮਸੀਹ ਐਂਡ ਸਿਸਟਰ ਸੋਨੀਆ ਕਿਸ ਤਰ੍ਹਾਂ ਸਾਡੇ ਨਾਲ ਐਡ ਹੋਏ ਆ, ਕਿਸ ਤਰ੍ਹਾਂ ਸਾਡੇ ਨਾਲ ਜੁੜੇ ਜੂਮ ਦੇ ਉੱਪਰ, ਔਰ ਬਹੁਤ ਹੀ ਅੱਛੇ ਗੀਤ ਪਰਮੇਸ਼ਰ ਦੀ ਮਹਿਮਾ ਦੇ ਲਈ ਉਹਨਾਂ ਨੇ ਗਾਏ। ਔਰ ਪ੍ਰਭੂ ਉਹਨਾਂ ਨੂੰ ਬਹੁਤ ਵੱਡੀ ਬਰਕਤ ਤੇ ਬਹੁਤ ਵੱਡੀ ਆਸ਼ੀਸ਼ ਦੇਵੇ। ਇਸੇ ਤਰ੍ਹਾਂ ਪਰਮੇਸ਼ਰ ਉਹਨਾਂ ਨੂੰ ਹੋਰ ਜ਼ਿਆਦਾ ਬੁਲੰਦੀਆਂ ਦੇ ਵਿੱਚ ਲੈ ਕੇ ਜਾਵੇ, ਹੋਰ ਜ਼ਿਆਦਾ ਉਹਨਾਂ ਦੇ ਗੀਤ ਪਰਮੇਸ਼ਰ ਹੋਰ ਉਹਨਾਂ ਨੂੰ ਹਿਕਮਤ ਦਿਨਾਈ ਦੇ ਤੇ ਔਰ ਪਰਮੇਸ਼ਰ ਦੀ ਮਹਿਮਾ ਦੇ ਲਈ ਇਸੇ ਤਰ੍ਹਾਂ ਗੀਤ ਗਾਉਂਦੇ ਰਹਿਣ। ਹਾਲੇਲੂਇਆ। ਔਰ ਪਰਮੇਸ਼ਰ ਦਾ ਬਹੁਤ ਸ਼ੁਕਰ ਕਰਦੇ, ਅਸੀਂ ਉਹਦਾ ਧੰਨਵਾਦ ਕਰਦੇ, ਪਰਮੇਸ਼ਰ ਦੇ ਨਾਮ ਨੂੰ ਇੱਜ਼ਤ, ਉਹਦੇ ਨਾਮ ਨੂੰ ਚਲਾ ਦਿੰਦੇ। ਔਰ ਸਾਡੇ ਨਾਲ ਜਿੰਨੇ ਭੈਣ ਭਾਈ ਰਵੈਕਾ, ਹੋਰ ਵੀ ਜਿੰਨੇ ਭੈਣ ਸਾਡੇ ਨਾਲ ਜੁੜੇ, ਜਿਨ੍ਹਾਂ ਨੇ ਗੀਤ ਗਾਏ ਪਰਮੇਸ਼ਰ ਦੀ ਮਹਿਮਾ ਲਈ, ਬਹੁਤ ਹੀ ਅੱਛੇ ਗੀਤ ਗਾਏ ਆ। ਔਰ ਪਰਮੇਸ਼ਰ ਦਾ ਬਹੁਤ ਸ਼ੁਕਰ, ਉਹਦਾ ਧੰਨਵਾਦ ਕਰਦੇ। ਪਰਮੇਸ਼ਰ ਸਾਰਿਆਂ ਨੂੰ ਬਹੁਤ ਜ਼ਿਆਦਾ ਬਲੈਸ ਕਰੇ। ਔਰ ਪਰਮੇਸ਼ਰ ਦਾ ਧੰਨਵਾਦ ਕਰਦੇ। ਅੱਜ ਪਰਮੇਸ਼ਰ ਦੇ ਵਚਨ ਦੇ ਵਿੱਚ ਆਪਾਂ ਦੇਖਣ ਲਈ ਜਾ ਰਹੇ ਹਾਂ ਕਿ ਪਰਮੇਸ਼ਰ ਆਪਣੇ ਪਿਆਰਿਆਂ ਨੂੰ ਅਨੁਸ਼ਾਸਨ ਹੇਠ ਲਿਆਉਂਦੇ ਆ। ਅਨੁਸ਼ਾਸਨ, ਪਰਮੇਸ਼ਰ ਜਿਹੜੇ ਆਪਣੇ ਪਿਆਰਿਆਂ ਨੂੰ, ਜਿਹੜੇ ਪਰਮੇਸ਼ਰ ਨੂੰ ਪਿਆਰ ਕਰਨ ਵਾਲੇ ਲੋਕੀ ਹੈ, ਉਹਨਾਂ ਨੂੰ ਅਨੁਸ਼ਾਸਨ ਸਿਖਾਉਣਾ ਚਾਹੁੰਦੇ, ਅਨੁਸ਼ਾਸਨ ਦੇ ਵਿੱਚ ਉਹਨਾਂ ਨੂੰ ਲਿਆਉਣਾ ਚਾਹੁੰਦੇ ਆ ਪਰਮੇਸ਼ਰ। ਹਾਲੇਲੂਇਆ। ਕਿਉਂਕਿ ਅਨੁਸ਼ਾਸਨ ਜਿਹੜਾ ਆ ਉਹ ਪਰਮੇਸ਼ਵਰ ਪ੍ਰਭੂ ਯਿਸੂ ਮਸੀਹ ਚਾਹੁੰਦੇ ਆ ਕਿ ਮੇਰੇ ਵਿੱਚ ਅਨੁਸ਼ਾਸਨ ਦੇ ਨਾਲ ਪਰਮੇਸ਼ਰ ਦੇ ਨਾਮ ਦੀ ਬੜਾਈ, ਉਹਦੇ ਨਾਮ ਦੀ ਮਹਿਮਾ ਕਰੀਏ। ਅਨੁਸ਼ਾਸਨ ਦੇ ਨਾਲ ਪਰਮੇਸ਼ਰ ਦੇ ਵਿੱਚ ਬੈਠ ਕੇ, ਪਰਮੇਸ਼ਰ ਦੇ ਅੱਛੇ ਤਰੀਕੇ ਨਾਲ ਬੈਠ ਕੇ ਪਰਮੇਸ਼ਰ ਦਾ ਵਚਨ ਸੁਣੀਏ ਔਰ ਪਰਮੇਸ਼ਰ ਦੀ ਵਰਸ਼ਿਪ ਕਰੀਏ ਔਰ ਪਰਮੇਸ਼ਰ ਦੇ ਨਾਲ ਜਿਹੜਾ ਆ ਉਹ ਜੁੜੇ ਰਹੀਏ। ਹਾਲੇਲੂਇਆ। ਔਰ ਸੱਚਮੁੱਚ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਜਦੋਂ ਅਸੀਂ ਡਿਸਪਲਿਨ ਜਿਹੜਾ ਪਰਮੇਸ਼ਰ ਦੇ ਵਿੱਚ ਹੋ ਕੇ ਜਿਹੜਾ ਅਸੀਂ ਸਿੱਖਦੇ ਆ ਔਰ ਪਰਮੇਸ਼ਰ ਦੇ ਵਚਨ ਦੇ ਵਿੱਚੋਂ, ਤਾਂ ਸੱਚਮੁੱਚ ਪਰਮੇਸ਼ਰ ਜਿਹੜੇ ਆ ਉਹ ਸਾਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਆ। ਹਾਲੇਲੂਇਆ। ਕੋਈ ਵੀ ਕੰਮ ਜਦੋਂ ਅਸੀਂ ਕਰਦੇ ਆ ਤਾਂ ਬਿਨਾਂ ਡਿਸਪਲਿਨ ਤੋਂ ਨਹੀਂ ਕਰਦੇ ਹੈਗੇ, ਬਿਨਾਂ ਅਨੁਸ਼ਾਸਨ ਤੋਂ ਬਿਨਾਂ ਨਹੀਂ ਕਰਦੇ। ਜੇ ਅਸੀਂ ਅਨੁਸ਼ਾਸਨ ਤੋਂ ਬਾਹਰ ਚਲੇ ਜਾਂਦੇ ਆ ਤਾਂ ਫਿਰ ਉਹ ਸਾਰਾ ਕੰਮ ਜਿਹੜਾ ਹੈ ਉਹ ਪਰਮੇਸ਼ਰ ਦੇ ਵਚਨ ਦੇ ਮੁਤਾਬਕ ਨਹੀਂ ਹੁੰਦਾ ਹੈ। ਹਾਲੇਲੂਇਆ। ਇਸ ਕਰਕੇ ਪਰਮੇਸ਼ਰ ਦਾ ਵਚਨ ਸਾਨੂੰ ਅੱਜ ਦੱਸਦਾ ਹੈ, ਪਰਮੇਸ਼ਰ ਦਾ ਜਿਹੜਾ ਮੇਨ ਜਿਹੜਾ ਹੈਗਾ ਕਿ ਸਾਨੂੰ ਜਿਹੜਾ ਆ ਪਰਮੇਸ਼ਰ ਆਪਣੇ ਪਿਆਰੇ, ਜਿਹੜੇ ਪਰਮੇਸ਼ਰ ਨੂੰ ਪਿਆਰ ਕਰਨ ਵਾਲੇ ਲੋਕੀ ਆ, ਉਹਨਾਂ ਨੂੰ ਅਨੁਸ਼ਾਸਨ ਦੇ ਹੇਠ ਲਿਆਉਂਦੇ ਆ। ਹਾਲੇਲੂਇਆ। ਉਹਨਾਂ ਨੂੰ ਅਨੁਸ਼ਾਸਨ ਸਿਖਾਉਣਾ ਚਾਹੁੰਦੇ ਆ ਪਰਮੇਸ਼ਰ ਕਿ ਕਿਸ ਤਰ੍ਹਾਂ ਪਰਮੇਸ਼ਰ ਦੇ ਘਰ ਵਿੱਚ ਬੈਠ ਕੇ ਪਰਮੇਸ਼ਰ ਦੇ ਨਾਮ ਦੀ ਬੜਾਈ ਕਰਨੀ, ਕਿਸ ਤਰ੍ਹਾਂ ਤੁਸੀਂ ਪਰਮੇਸ਼ਰ ਦੇ ਨਾਲ ਆਪਣੀ ਲਗਨ ਜੋੜਨੀ ਹੈ, ਕਿਸ ਤਰ੍ਹਾਂ ਪਰਮੇਸ਼ਰ ਦੇ ਨਾਲ ਤੁਸੀਂ ਜੁੜ ਕੇ ਬੈਠਣਾ। ਪਰਮੇਸ਼ਰ ਦੇ ਵਚਨ 'ਚ ਲਿਖਿਆ ਕਿ ਜੇਕਰ ਤੁਸੀਂ ਮੇਰੇ ਨਾਲ ਬਣੇ ਰਹੋਗੇ ਤਾਂ ਮੈਂ ਤੁਹਾਡੇ ਵਿੱਚ ਬਣਿਆ ਰਵਾਂਗਾ। ਹਾਲੇਲੂਇਆ। ਬਿਨਾਂ ਅਨੁਸ਼ਾਸਨ ਤੋਂ, ਹਾਲੇਲੂਇਆ, ਆਪਾਂ ਬੈਠ ਨਹੀਂ ਸਕਦੇ ਬੰਦਗੀ ਦੇ ਵਿੱਚ। ਜੇਕਰ ਸਾਡੇ ਵਿੱਚ ਅਨੁਸ਼ਾਸਨ ਹੋਏਗਾ ਤਾਂ ਫਿਰ ਅਸੀਂ ਬੰਦਗੀ ਦੇ ਵਿੱਚ ਬੈਠ ਕੇ ਅੱਛੇ ਤਰੀਕੇ ਦੇ ਨਾਲ ਪਰਮੇਸ਼ਰ ਦਾ ਵਚਨ ਜਿਹੜਾ ਆ ਉਹ ਸੁਣ ਸਕਦੇ ਹਾਂ। ਹਾਲੇਲੂਇਆ। ਔਰ ਪਰਮੇਸ਼ਰ ਦਾ ਬਹੁਤ ਸ਼ੁਕਰ ਕਰਦੇ, ਉਹਦਾ ਧੰਨਵਾਦ ਕਰਦੇ ਹਾਂ ਕਿ ਅੱਜ ਪਰਮੇਸ਼ਰ ਦੇ ਵਚਨ ਦੇ ਵਿੱਚੋਂ ਆਪਾਂ ਦੇਖੋ ਇਬਰਾਨੀਆਂ ਦੀ ਕਿਤਾਬ, ਹਾਲੇਲੂਇਆ, ਇਬਰਾਨੀਆਂ ਚੈਪਟਰ 12 ਉਹਦੀ 6 ਐਤ ਦੇਖਾਂਗੇ ਆਪਾਂ। ਇਬਰਾਨੀਆਂ 12 ਬਾਪ ਉਹਦੀ 6 ਐਤ ਆਪਾਂ ਦੇਖਾਂਗੇ ਪਰਮੇਸ਼ਰ ਦੇ ਵਚਨ ਚੋਂ। ਜਿਨ੍ਹਾਂ ਕੋ ਬਾਈਬਲਸ ਹੈਗੀਆਂ, ਜਿਹੜੇ ਬਾਈਬਲ ਲੈ ਕੇ ਬੈਠੇ ਉਹ ਬਾਈਬਲ ਆਪਣੀ ਖੋਲਣਗੇ। ਇਬਰਾਨੀਆਂ ਉਹਦਾ 12 ਬਾਪ ਉਹਦੀ 6 ਐਤ ਪਰਮੇਸ਼ਰ ਦੇ ਵਚਨ ਦੇ ਵਿੱਚੋਂ ਆਪਾਂ ਦੇਖਾਂਗੇ। ਹਾਲੇਲੂਇਆ। ਪਰਮੇਸ਼ਰ ਦੇ ਵਚਨ 'ਚ ਲਿਖਿਆ, ਹੇ ਮੇਰੇ ਪੁੱਤਰ, ਤੂੰ ਪ੍ਰਭੂ ਦੀ ਤਾੜ ਨੂੰ ਤੁਸ ਨਾ ਜਾਣ। ਹਾਲੇਲੂਇਆ। ਪਰਮੇਸ਼ਰ ਦਾ ਵਚਨ ਸਾਨੂੰ ਕੀ ਕਹਿੰਦਾ ਹੈ? ਹੇ ਮੇਰੇ ਪੁੱਤਰ, ਹੇ ਮੇਰੇ ਮੰਨਣ ਵਾਲੇ ਲੋਗੋ, ਹੇ ਮੇਰੇ ਪਿਆਰ ਕਰਨ ਵਾਲੇ ਲੋਗੋ, ਪਰਮੇਸ਼ਰ ਦੀ ਤੁਸ ਨੂੰ ਜਿਹੜਾ ਆ, ਹੇ ਮੇਰੇ ਪੁੱਤਰ, ਤੂੰ ਪ੍ਰਭੂ ਦੀ ਤੁਸ ਨੂੰ ਨਾ ਜਾਣ। ਹਾਲੇਲੂਇਆ। ਹੇ ਮੇਰੇ ਪੁੱਤਰ, ਤੂੰ ਪ੍ਰਭੂ ਦੀ ਤਾੜ ਨੂੰ ਤੁਸ ਨਾ ਜਾਣ। ਜੇਕਰ ਸਾਨੂੰ ਪਰਮੇਸ਼ਰ ਤਾੜਦਾ ਹੈ, ਕਈ ਵਾਰੀ ਸਾਨੂੰ ਚਿੱਟੀ ਲਾਉਂਦਾ ਹੈ, ਕਿ ਜਿਹੜਾ ਦੂਸਰਾ ਬਾਪ ਵੀ ਹੈਗਾ ਆ ਉਹ ਵੀ ਆਪਣੇ ਬੱਚਿਆਂ ਨੂੰ ਤਾੜਦਾ ਹੈ ਕਈ ਵਾਰੀ। ਹਾਲੇਲੂਇਆ। ਇਸ ਤਰ੍ਹਾਂ ਸਾਡਾ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਪਰਮੇਸ਼ਰ ਜਿਹੜਾ ਹੈ ਉਹ ਵੀ ਸਾਨੂੰ ਕਈ ਵਾਰੀ ਤਾੜਦਾ ਹੈ, ਪਰ ਉਹਨੂੰ ਅਸੀਂ ਕੀ ਕਰਨਾ ਹੈ? ਪਰਮੇਸ਼ਰ ਕਹਿੰਦੇ ਆ ਕਿ ਹੇ ਮੇਰੇ ਪੁੱਤਰ, ਤੂੰ ਪ੍ਰਭੂ ਦੀ ਤਾੜ ਨੂੰ ਤੁਸ ਨਾ ਜਾਣ। ਹਾਲੇਲੂਇਆ। ਅਸੀਂ ਜਿਹੜਾ ਉਹਦੀ ਤੁਸ ਨੂੰ ਜਿਹੜਾ ਆ ਐਵੇਂ ਨਹੀਂ ਅਸੀਂ ਕਰਨਾ ਹੈਗਾ ਕਿ ਪਰਮੇਸ਼ਰ ਸਾਨੂੰ ਕਿਉਂ ਡਾਂਟਦਾ। ਪਰਮੇਸ਼ਰ ਕਈ ਵਾਰੀ ਸਾਡੇ ਲਈ, ਸਾਡੀ ਭਲਾਈ ਲਈ ਸਾਨੂੰ ਡਾਂਟਦਾ ਹੈ। ਹਾਲੇਲੂਇਆ। ਪਰਮੇਸ਼ਰ ਕਈ ਵਾਰੀ ਸਾਨੂੰ ਸਾਡੀ ਭਲਾਈ ਲਈ ਡਾਂਟਦਾ ਹੈ, ਤਾਂ ਅਸੀਂ ਉਹਦੀ ਜਿਹੜੀ ਤਾੜਨਾ ਆ, ਅਸੀਂ ਉਹਨੂੰ ਦੇਖਣਾ ਹੈ ਕਿ ਸੱਚਮੁੱਚ ਪਰਮੇਸ਼ਰ ਸਾਨੂੰ ਕਿਸੇ ਮਕਸਦ ਹੈ ਉਹਦਾ ਕਿ ਸਾਨੂੰ ਤਾੜਿਆ ਹੈ। ਹਾਲੇਲੂਇਆ। ਅਤੇ ਜਾਂ ਉਹ ਤੈਨੂੰ ਝਿੜਕੇ ਤਾਂ ਅੱਕ ਨਾ ਜਾਏ। ਹਾਲੇਲੂਇਆ। ਜੇ ਉਹ ਤੈਨੂੰ ਝਿੜਕੇ ਤਾਂ ਅੱਕ ਨਾ ਜਾਏ, ਪਰਮੇਸ਼ਰ ਦੇ ਵਚਨ 'ਚ ਲਿਖਿਆ ਹੈ। ਹਾਲੇਲੂਇਆ। ਉਹਦੀ ਤਾੜਨਾ ਜਿਹੜੀ ਹੈ ਉਹ ਸੱਚੀ ਤਾੜਨਾ ਕਈ ਵਾਰੀ ਹੁੰਦੀ ਆ, ਸਾਡੀ ਭਲਾਈ ਲਈ ਕਈ ਵਾਰੀ ਹੁੰਦੀ ਆ। ਤਾਂ ਕਈ ਵਾਰੀ ਅਸੀਂ ਸੋਚਦੇ ਕਿ ਪਤਾ ਨਹੀਂ ਸਾਡੇ ਉੱਤੇ ਕਿਉਂ ਬਿਮਾਰੀ ਆ ਗਈ, ਜਾਂ ਸਾਡੇ ਤੇ ਕੋਈ ਇਸ ਤਰ੍ਹਾਂ ਦਾ ਕੋਈ ਸਾਡੇ ਤੇ ਕਿਉਂ ਇਦਾਂ ਦੀ ਕੋਈ ਆਫਤ ਆ ਗਈ ਆ। ਪਰ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਉਹਦੇ ਵਿੱਚੋਂ ਭਲਾਈ ਕੱਢਣੀ ਚਾਹੁੰਦਾ ਹੈ ਤੁਹਾਡੇ ਲਈ। ਹਾਲੇਲੂਇਆ। ਕੋਈ ਭਲਾਈ ਕੱਢਣਾ ਚਾਹੁੰਦਾ ਪਰਮੇਸ਼ਰ, ਇਸ ਕਰਕੇ ਤੁਹਾਨੂੰ ਉਹ ਤਾੜਦਾ ਹੈ। ਹਾਲੇਲੂਇਆ। ਅਤੇ ਜਾਓ ਤੈਨੂੰ ਝਿੜਕੇ ਤਾਂ ਅੱਕ ਨਾ ਜਾਈ, ਕਿਉਂ ਜੋ ਜਿਹਦੇ ਨਾਲ ਉਹ ਪਿਆਰ ਕਰਦਾ ਹੈ ਪ੍ਰਭੂ ਉਹਨੂੰ ਤਾੜਦਾ ਹੈ। ਹਾਲੇਲੂਇਆ।
ਜਿਹਦੇ ਨਾਲ ਪ੍ਰਭੂ ਪਿਆਰ ਕਰਦਾ ਹੈ ਤਾਂ ਪ੍ਰਭੂ ਉਹਨੂੰ ਕੀ ਕਰਦਾ ਹੈ, ਤਾੜਦਾ ਵੀ ਆ ਮੇਰੇ ਜੀਜੋ। ਹਾਲੇਲੂਇਆ। ਇੱਕ ਜਿਹੜਾ ਆਪਣਾ ਆਮ ਜਿਹੜਾ ਪਿਤਾ ਹੁੰਦਾ ਆ, ਬਾਪ ਹੁੰਦਾ ਆ, ਉਹ ਆਪਣੇ ਬੱਚਿਆਂ ਨੂੰ ਕਈ ਵਾਰੀ ਗਲਤੀ ਜਦੋਂ ਕਰਦੇ ਆ ਤਾਂ ਉਹਨਾਂ ਨੂੰ ਤਾੜਦਾ ਹੈ, ਉਹਨਾਂ ਨੂੰ ਦੱਸਦਾ ਹੈ ਕਿ ਨਹੀਂ ਪੁੱਤਰ ਇਦਾਂ ਨਹੀਂ ਕਰਨਾ ਹੈ। ਇਸੇ ਤਰ੍ਹਾਂ ਸਾਡਾ ਪਰਮੇਸ਼ਵਰ ਜਿਹੜਾ ਹੈ, ਹਾਲੇਲੂਇਆ, ਰੂਹਾਨੀ ਜਿਹੜਾ ਪਰਮੇਸ਼ਵਰ ਹੈ, ਹਾਲੇਲੂਇਆ, ਉਹ ਸਾਨੂੰ ਕਈ ਵਾਰੀ ਤਾੜਦਾ ਹੈ ਮੇਰੇ ਜੀਜੋ। ਹਾਲੇਲੂਇਆ। ਉਹਦੀ ਤਾੜ ਨੂੰ ਅਸੀਂ ਤੁੱਛ ਨਹੀਂ ਜਾਣਨਾ ਹੈਗਾ। ਹਾਲੇਲੂਇਆ। ਕਿਉਂਕਿ ਪਰਮੇਸ਼ਰ ਦਾ ਵਚਨ ਜਿਹੜਾ ਆ ਉਹ ਸਾਨੂੰ ਦੱਸਦਾ, ਅਤੇ ਜਾਂ ਉਹ ਤੈਨੂੰ ਝਿੜਕੇ ਤਾਂ ਅੱਕ ਨਾ ਜਾਈ, ਕਿਉਂ ਜੋ ਉਹਦੇ ਨਾਲ ਜਿਹਦੇ ਨਾਲ ਉਹ ਪਿਆਰ ਕਰਦਾ ਹੈ ਪ੍ਰਭੂ ਉਹਨੂੰ ਤਾੜਦਾ ਵੀ ਹੈ। ਹਾਲੇਲੂਇਆ। ਪ੍ਰਭੂ ਯਿਸੂ ਮਸੀਹ ਨਾਸਰੀ ਜਿਹੜੇ ਦੇ ਨਾਲ ਪਿਆਰ ਕਰਦੇ ਤੇ ਉਹਨਾਂ ਨੂੰ ਤਾੜਨਾ ਵੀ ਦਿੰਦੇ ਆ। ਕਦੋਂ ਤਾੜਨਾ ਦਿੰਦੇ ਹੈ? ਜਦੋਂ ਪਰਮੇਸ਼ਰ ਦੇ ਨਾਲ ਅਸੀਂ ਗਲਤ ਤਰੀਕੇ ਦੇ ਨਾਲ ਚੱਲਦੇ ਹਾਂ। ਕਈ ਵਾਰੀ ਅਸੀਂ ਪਰਮੇਸ਼ਰ ਦੀ ਆਵਾਜ਼ ਨੂੰ ਨਹੀਂ ਸੁਣਦੇ ਹਾਂ, ਪਰਮੇਸ਼ਰ ਦੇ ਨਾਲ ਅਸੀਂ ਅੱਛੇ ਤਰੀਕੇ ਨਾਲ ਨਹੀਂ ਚੱਲਦੇ ਹਾਂ। ਜੋ ਪਰਮੇਸ਼ਰ ਸਾਨੂੰ ਕਹਿੰਦਾ ਹੈ ਅਸੀਂ ਪਰਮੇਸ਼ਰ ਦੇ ਵਚਨ ਦੇ ਮੁਤਾਬਕ ਨਹੀਂ ਚੱਲਦੇ ਹਾਂ, ਤਾਂ ਫਿਰ ਮੇਰੇ ਜੋ ਸਾਡੀਆਂ ਜ਼ਿੰਦਗੀਆਂ ਜਿਹੜੀਆਂ ਆ ਉਹ ਕਿਸੇ ਹੋਰ ਪਾਸੇ ਚੱਲਣੀਆਂ ਸ਼ੁਰੂ ਹੋ ਜਾਂਦੀਆਂ। ਹਾਲੇਲੂਇਆ। ਕਿਉਂ ਚੱਲਣੀਆਂ ਸ਼ੁਰੂ ਹੋ ਜਾਂਦੀਆਂ? ਕਿਉਂਕਿ ਅਸੀਂ ਪਰਮੇਸ਼ਰ ਦਾ ਡਰ ਨਹੀਂ ਰੱਖਦੇ। ਪਰਮੇਸ਼ਰ ਦਾ, ਹਾਲੇਲੂਇਆ। ਤੇ ਜੇ ਪਰਮੇਸ਼ਰ ਦਾ ਡਰ ਸਾਡੀਆਂ ਜ਼ਿੰਦਗੀਆਂ 'ਚ ਹੋਏਗਾ ਤਾਂ ਅਸੀਂ ਗੁਨਾਹ ਕਰ ਨਹੀਂ ਸਕਦੇ। ਹਾਲੇਲੂਇਆ। ਤੇ ਜਦੋਂ ਅਸੀਂ ਗੁਨਾਹ ਕਰਦੇ ਹਾਂ ਤਾਂ ਫਿਰ ਪਰਮੇਸ਼ਰ ਸਾਨੂੰ ਤਾੜਦਾ ਵੀ ਹੈ। ਹਾਲੇਲੂਇਆ। ਸਾਡੀ ਭਲਾਈ ਦੇ ਲਈ ਤਾੜਦਾ ਮੇਰੇ ਜੀਜੋ। ਹਾਲੇਲੂਇਆ। ਪਰਮੇਸ਼ਰ ਸਾਡੀ ਭਲਾਈ ਲਈ ਤਾੜਦਾ ਹੈ ਕਿ ਇਹ ਬੱਚੇ ਜਿਹੜੇ ਸਿੱਧੀ ਲੀਹ ਤੇ ਆ ਜਾਣ, ਇਹ ਸਿੱਧੇ ਹੋ ਜਾਣ। ਹਾਲੇਲੂਇਆ। ਜੋ ਬਿੰਗੇ ਟੇਢੇ ਚੱਲਦੇ ਹੈ ਉਹ ਸਿੱਧੇ ਹੋ ਜਾਣ। ਹਾਲੇਲੂਇਆ। ਤਾਂ ਮੇਰੇ ਜੀਜੋ ਪ੍ਰਭੂ ਕਹਿੰਦਾ ਕਿ ਜਿਹਨੂੰ ਮੈਂ ਪਿਆਰ ਕਰਦਾ ਮੈਂ ਉਹਨੂੰ ਤਾੜਦਾ ਵੀ ਹਾਂ। ਹਾਲੇਲੂਇਆ। ਅਤੇ ਹਰੇਕ ਪੁੱਤਰ ਨੂੰ ਜਿਹਨੂੰ ਉਹ ਕਬੂਲ ਕਰਦਾ ਹੈ ਉਹਨੂੰ ਕੋੜੜੇ ਵੀ ਮਾਰਦਾ ਹੈ। ਹਾਲੇ ਜਿਹੜਾ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਜਿਹਨੂੰ ਕਬੂਲ ਕਰਨਾ ਉਹਦੇ ਕੋੜੜੇ ਵੀ ਮਾਰਦਾ ਹੈ। ਕਿਉਂ? ਕਿਉਂਕਿ ਉਹ ਸਾਡੀ ਭਲਾਈ ਦੇ ਲਈ ਕੋੜੇ ਮਾਰਦਾ ਹੈ। ਹਾਲੇਲੂਇਆ। ਤਾਂ ਕਿ ਇਹ ਲੋਕ ਜਿਹੜੇ ਬੱਚੇ ਜਿਹੜੇ ਆ ਮੈਨੂੰ ਪਿਆਰ ਕਰਨ ਵਾਲੇ, ਔਰ ਜਿਨ੍ਹਾਂ ਨੂੰ ਮੈਂ ਪਿਆਰ ਕਰਦਾ ਹਾਂ ਉਹਨਾਂ ਨੂੰ ਮੈਂ ਤਾੜਦਾ ਵੀ ਆ, ਉਹਨਾਂ ਨੂੰ ਸਿੱਧੇ ਰਸਤੇ ਲਿਆਉਣ ਲਈ। ਹਾਲੇਲੂਇਆ। ਉਹਨੂੰ ਸਿੱਧੇ ਰਸਤੇ ਲਿਆਉਣ ਲਈ ਉਹਨਾਂ ਨੂੰ ਤਾੜਦਾ ਹੈ ਪਰਮੇਸ਼ਰ। ਤਾਂ ਅਸੀਂ ਉਹਦੀ ਤਾੜ ਨੂੰ ਤੁੱਛ ਨਹੀਂ ਜਾਣਨਾ ਕਦੀ ਵੀ। ਹਾਲੇਲੂਇਆ। ਜੇਕਰ ਸੱਚਮੁੱਚ ਜੇ ਅਸੀਂ ਗਲਤ ਤਰੀਕੇ ਨਾਲ ਚੱਲਦੇ, ਜੇ ਸਾਡੇ ਤੇ ਤਾੜਨਾ ਆਉਂਦੀ ਆ ਤਾਂ ਅਸੀਂ ਉਹਨੂੰ ਦੇਖਣਾ ਹੈ ਕਿ ਸੱਚਮੁੱਚ ਪਰਮੇਸ਼ਰ ਸਾਡੀ ਗਲਤੀ ਹੈ ਸਾਡੇ ਵਿੱਚ ਕੋਈ, ਜਿਹੜਾ ਸਾਨੂੰ ਪਰਮੇਸ਼ਰ ਤਾੜ ਰਿਹਾ ਹੈ। ਹਾਲੇਲੂਇਆ। ਹਾਲੇਲੂਇਆ। ਅੱਗੇ ਲਿਖਿਆ ਹੈ ਕਿ ਤੁਸੀਂ ਸਹਾਰਾ ਜੋ ਕਰਦੇ ਹੋ ਇਹ ਤਾੜੇ ਜਾਣ ਦੇ ਨਿਮਿਤ ਹੈ। ਕਹਿੰਦਾ ਜੋ ਤੁਸੀਂ ਸਹਾਰਾ ਕਰਦੇ ਹੋ ਇਹ ਤਾੜੇ ਜਾਣ ਦੇ ਨਿਮਿਤ ਆ। ਪਰਮੇਸ਼ਰ ਤੁਹਾਡੇ ਨਾਲ ਅਜਿਹਾ ਵਰਤਦਾ ਹੈ ਜਿਹਾ ਕਿ ਪੁੱਤਰਾਂ ਨਾਲ। ਕਹਿੰਦਾ ਪਰਮੇਸ਼ਰ ਇਦਾਂ ਤੁਹਾਡੇ ਨਾਲ ਵਰਤਦਾ ਜਿੱਦਾਂ ਆਪਣੇ ਪੁੱਤਰਾਂ ਦੇ ਨਾਲ ਵਰਤਦਾ, ਕਿਉਂਕਿ ਅਸੀਂ ਸਾਰੇ ਮਸੀਹ ਪ੍ਰਭੂ ਯਿਸੂ ਮਸੀਹ ਨਾਸਰੀ ਦੇ ਪੁੱਤਰ ਧੀਆਂ ਆ। ਹਾਲੇਲੂਇਆ। ਜਿਸ ਤਰ੍ਹਾਂ ਦੂਸਰਾ ਬਾਪ ਤਾੜਦਾ ਆਪਣੇ ਬੱਚਿਆਂ ਨੂੰ ਸਿੱਧੇ ਰਸਤੇ ਲਿਆਉਣ ਦੇ ਲਈ, ਕੋਈ ਗਲਤ ਕੰਮ ਨਾ ਕਰਨ, ਕੋਈ ਸੱਟ ਪਿੱਟ ਨਾ ਇਹ ਲਵਾ ਲੈਣ, ਤਾਂ ਉਹ ਤਾੜਦੇ ਆ। ਤਾਂ ਇਸੇ ਤਰ੍ਹਾਂ ਸਾਡਾ ਪਰਮੇਸ਼ਰ ਵੀ ਕਹਿੰਦਾ ਕਿ ਮੈਂ ਆਪਣੇ ਪੁੱਤਰਾਂ ਵਾਂਗੂ, ਹਾਲੇਲੂਇਆ, ਆਪਣੇ ਪੁੱਤਰਾਂ ਧੀਆਂ ਵਾਂਗੂ ਕਹਿੰਦਾ ਮੈਂ ਤਾੜਦਾ ਤੁਹਾਨੂੰ। ਪਰਮੇਸ਼ਵਰ ਤੁਹਾਡੇ ਨਾਲ ਅਜਿਹਾ ਵਰਤਦਾ ਹੈ ਜਿਹੜਾ ਪੁੱਤਰਾਂ ਨਾਲ। ਕਿਉਂ ਜੋ ਉਹ ਕਿਹੜਾ ਪੁੱਤਰ ਹੈ ਜਿਹਨੂੰ ਪਿਓ ਨਹੀਂ ਤਾੜਦਾ? ਕਹਿੰਦੇ ਉਹ ਕਿਹੜਾ ਪੁੱਤਰ ਹੈ ਜਿਹਨੂੰ ਪਿਓ ਨਹੀਂ ਤਾੜਦਾ? ਹਾਲੇਲੂਇਆ। ਕਿਉਂ? ਕਹਿੰਦਾ ਉਹ ਕਿਹੜਾ ਪੁੱਤਰ ਹੈ ਜਿਹਨੂੰ ਪਿਓ ਨਹੀਂ ਤਾੜਦਾ? ਹਾਲੇਲੂਇਆ। ਇਸੇ ਤਰ੍ਹਾਂ ਸਾਡਾ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਨਾਸਰੀ ਜਿਹੜੇ ਹੈ ਉਹ ਸਾਨੂੰ ਕਈ ਵਾਰੀ ਕੀ ਕਰਦੇ ਹੈ? ਤਾੜਦੇ ਆ। ਹਾਲੇਲੂਇਆ। ਪਰ ਜੇ ਤੁਸੀਂ ਉਸ ਤਾੜਨਾ ਬਿਨਾ ਰਹੇ ਜਿਹਦੇ ਵਿਰੁੱਧ ਸਭੋ ਸਾਂਝੀ ਹੋਏ ਹਨ ਤਾਂ ਤੁਸੀਂ ਪੁੱਤਰ ਨਹੀਂ ਸਗੋ। ਇੱਥੇ ਲਿਖਿਆ ਮਤਲਬ ਬਹੁਤ ਹੀ ਗਹਿਰਾ ਜਿਹੜਾ ਕਿ ਬਹੁਤ ਹੀ ਭੱਦਾ ਜਿਹੜਾ ਲਫ਼ਜ਼ ਲਿਖਿਆ ਤੁਸੀਂ ਹਰਾਮਦੇ ਹੋ। ਲਿਖਿਆ ਇੱਥੇ ਹਰਾਮਦੇ ਹੋ ਤੁਸੀਂ ਲਿਖਿਆ। ਹਾਲੇਲੂਇਆ। ਤੇ ਇੰਗਲਿਸ਼ ਦੇ ਵਿੱਚ ਲਿਖਿਆ ਇਲੀਗੇਟਡ, ਇਦਾਂ ਦਾ ਕੋਈ ਲਫ਼ਜ਼ ਲਿਖਿਆ ਹੈ ਇੰਗਲਿਸ਼ ਦੇ ਵਿੱਚ। ਉਹ ਪਰਮੇਸ਼ਵਰ ਕਹਿੰਦਾ ਉਹਨੂੰ ਮੈਂ ਤਾੜਦਾ ਜਿਹਨੂੰ ਮੈਂ ਪਿਆਰ ਕਰਦਾ ਹਾਂ ਮੇਰੇ ਜੋ। ਹਾਲੇਲੂਇਆ। ਉਹਨੂੰ ਤਾੜਦਾ। ਫਿਰ ਸਾਡੇ ਸਰੀਰਕ ਪਿਓ ਸਨ ਜਿਹੜੇ ਸਾਨੂੰ ਤਾੜਨਾ ਕਰਦੇ ਸਨ ਅਤੇ ਅਸੀਂ ਉਹਨਾਂ ਦਾ ਆਦਰ ਕੀਤਾ, ਤਾਂ ਭਲਾ ਅਸੀਂ ਬਹੁਤ ਵਧੀਕ ਆਤਮਾ ਦੇ ਪਿਤਾ ਦੇ ਅਧੀਨ ਨਾ ਹੋਈਏ ਅਤੇ ਜੀਵੀਏ। ਕਹਿੰਦਾ ਜਿਹੜਾ ਇੱਕ ਪਿਤਾ ਆ ਉਹ ਸਾਨੂੰ ਤਾੜਦਾ ਤਾਂ ਅਸੀਂ ਉਹਦੀ ਸੁਣੀ। ਤੇ ਜਿਹੜਾ ਆਤਮਿਆਂ ਦਾ ਪਰਮੇਸ਼ਰ ਹੈ, ਸਭ ਤੋਂ ਉੱਤਮ ਪਰਮੇਸ਼ਰ ਹੈ। ਹਾਲੇਲੂਇਆ। ਹਾਲੇਲੂਇਆ। ਜਿਹੜਾ ਆਤਮਿਆਂ ਦਾ ਪਰਮੇਸ਼ਰ ਉਹਦੀ ਅਸੀਂ ਕਿਉਂ ਨਾ ਸੁਣੀਏ? ਹਾਲੇਲੂਇਆ। ਜੇ ਅਸੀਂ ਉਹਦੀ ਸੁਣਾਂਗੇ ਤਾਂ ਸਾਡੀਆਂ ਜ਼ਿੰਦਗੀਆਂ ਜਿਹੜੀਆਂ ਆ ਉਹ ਬਦਲ ਜਾਣਗੀਆਂ ਮੇਰੇ ਜੋ। ਉਹ ਆਤਮਿਆਂ ਦਾ ਪਰਮੇਸ਼ਰ ਕਿਹੜਾ ਹੈ? ਪ੍ਰਭੂ ਦਾ ਪ੍ਰਭੂ, ਰਾਜਨ ਦਾ ਰਾਜਾ ਯਿਸੂ ਮਸੀਹ ਨਾਸਰੀ ਜਿਹੜਾ ਹੈ ਉਹ ਆਤਮਿਆਂ ਦਾ ਪਰਮੇਸ਼ਰ ਹੈ। ਹਾਲੇਲੂਇਆ। ਉਹ ਜਿਹੜੇ ਹਾਲੇਲੂਇਆ ਵਧੀਕ ਆਤਮਾ ਦੇ ਪਿਤਾ ਦੇ ਅਧੀਨ ਨਾ ਹੋਈਏ ਅਤੇ ਜੀਵੀਏ, ਕਿਉਂਕਿ ਉਹਦੇ ਅਧੀਨ ਨਾ ਅਸੀਂ ਹੋਈਏ ਤੇ ਜੀਏ।
ਜੇ ਪਰਮੇਸ਼ਰ ਦਾ ਆਤਮਾ ਦਾ ਪਰਮੇਸ਼ਰ ਜਿਹੜਾ ਹੈ ਉਹ ਸਾਨੂੰ ਤਾੜਨਾ ਦਿੰਦਾ ਹੈ ਤਾਂ ਅਸੀਂ ਉਹਦੀ ਨਾ ਸੁਣੀਏ? ਨਹੀਂ, ਅਸੀਂ ਉਹਦੀ ਸੁਣਨੀ ਹੈ ਮੇਰੇ ਜੀਜੋ। ਹਾਲੇਲੂਇਆ। ਜੇ ਅਸੀਂ ਸੁਣਾਂਗੇ ਤਾਂ ਫਿਰ ਅਸੀਂ ਜੀਵਾਂਗੇ ਵੀ। ਹਾਲੇ ਇਸੇ ਕਰਕੇ ਪਰਮੇਸ਼ਰ ਦਾ ਵਚਨ ਜਿਹੜਾ ਆ ਉਹ ਸਾਨੂੰ ਦੱਸਦਾ ਕਿ ਪਰਮੇਸ਼ਰ ਆਪਣੇ ਪਿਆਰਿਆਂ ਨੂੰ ਅਨੁਸ਼ਾਸਨ ਦੇ ਹੇਠ ਲਿਆਉਣਾ ਚਾਹੁੰਦਾ, ਤੇ ਉਹ ਤਾਂ ਕਿ ਉਹ ਜਿਉਣ, ਤਾਂ ਕਿ ਉਹ ਜ਼ਿੰਦਗੀ ਪਾਉਣ, ਤਾਂ ਕਿ ਉਹ ਜੀਵਨ ਜਿਉਣ। ਹਾਲੇਲੂਇਆ। ਅੱਛਾ ਜੀਵਨ ਜਿਉਣ ਮੇਰੇ ਜੀਜੋ। ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਸੋ ਇਸ ਤੋਂ ਬਾਅਦ ਆਪਾਂ ਇਸੇ ਪਰਮੇਸ਼ਰ ਦੇ ਵਚਨ ਦੇ ਵਿੱਚੋਂ ਦੇਖਾਂਗੇ, ਇਸੇ 12 ਦੀ ਹਾਲੇਲੂਇਆ 12 ਦੀ 10 11 ਆਇਤ ਆਪਾਂ ਦੇਖਾਂਗੇ ਪਰਮੇਸ਼ਰ ਦੇ ਵਚਨ ਦੇ ਵਿੱਚੋਂ। ਹਾਲੇਲੂਇਆ। ਉਹ ਤਾਂ ਥੋੜੇ ਦਿਨਾਂ ਦੇ ਲਈ ਆਪਣੀ ਸਮਝ ਦੇ ਅਨੁਸ਼ਾਸਨ ਤਾੜਨਾ ਕਰਦੇ ਸਨ, ਪਰ ਇਹ ਲਾਭ ਦੇ ਲਈ ਕਰਦਾ ਹੈ ਭਈ ਅਸੀਂ ਉਹਦੀ ਪਵਿੱਤਰਤਾਈ ਵਿੱਚ ਸਾਂਝੀ ਹੋਈਏ। ਕਹਿੰਦਾ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਇਸ ਕਰਕੇ ਤੁਹਾਨੂੰ ਤਾੜਨਾ ਕਰਦੇ ਆ ਕਿ ਤੁਸੀਂ ਕੀ ਕਰੀਏ? ਪਵਿੱਤਰਤਾਈ ਦੇ ਵਿੱਚ ਉਹਦੇ ਨਾਲ ਸਾਂਝੇ ਹੋਈਏ। ਹਾਲੇਲੂਇਆ। ਪਵਿੱਤਰਤਾਈ ਦੇ ਵਿੱਚ ਅਸੀਂ ਆਪਣਾ ਜੀਵਨ ਗੁਜ਼ਾਰੀਏ ਪਰਮੇਸ਼ਰ ਦੇ ਨਾਲ। ਹਾਲੇਲੂਇਆ। ਥੈਂਕ ਯੂ ਲਾਰਡ। ਪਵਿੱਤਰਤਾਈ ਦੇ ਵਿੱਚ ਕੀ ਕਰੀਏ? ਅਸੀਂ ਜੀਵਨ ਗੁਜ਼ਾਰੀਏ। ਹਾਲੇਲੂਇਆ। ਔਰ ਪਵਿੱਤਰਤਾਈ ਵਿੱਚ ਸਾਂਝੇ ਹੋਈਏ। ਹਾਲੇਲੂਇਆ। ਸਾਰੀ ਤਾੜਨਾ ਤਾਂ ਉਸ ਵੇਲੇ ਆਨੰਦ ਦੀ ਨਹੀਂ ਸਗੋਂ ਸੋਗ ਦੀ ਗੱਲ ਸੁਝਦੀ ਹੈ। ਕਈ ਵਾਰੀ ਸਾਨੂੰ ਜਦੋਂ ਪਰਮੇਸ਼ਰ ਤਾੜਦਾ ਤਾਂ ਸਾਨੂੰ ਇਦਾਂ ਲੱਗਦਾ ਕਿ ਸਾਡੀ ਭਲਾਈ ਦੇ ਲਈ ਨਹੀਂ ਹੈ। ਉਹ ਸਾਨੂੰ ਇਦਾਂ ਲੱਗਦੀ ਹੈ ਕਿ ਸਾਡੇ ਵਾਸਤੇ ਨਹੀਂ ਹੈ ਇਹ ਤਾੜਨਾ। ਹਾਲੇਲੂਇਆ। ਕਈ ਵਾਰੀ ਆਮ ਪਿਤਾ ਜਿਹੜੇ ਸਾਡੇ ਹੁੰਦੇ ਆ ਉਹ ਵੀ ਜਦੋਂ ਸਾਨੂੰ ਤਾੜਨਾ ਦਿੰਦੇ ਸਾਨੂੰ ਇਦਾਂ ਲੱਗਦਾ ਵੀ ਐਵੇਂ ਹੀ ਸੇ ਬਾਪੂ ਜਿਹੜਾ ਸਾਡਾ ਸਾਨੂੰ ਐਵੇਂ ਹੀ ਕਹੀ ਜਾਂਦਾ ਗੱਲਾਂ ਬਾਤਾਂ। ਪਰ ਪਰਮੇਸ਼ਰ ਦੇ ਵਚਨ ਦੇ ਵਿੱਚ ਲਿਖਿਆ ਕਿ ਜਿਸ ਤਰ੍ਹਾਂ ਇੱਕ ਪਿਤਾ ਜਿਹੜਾ ਆ ਆਪਣੇ ਬੱਚਿਆਂ ਦੇ ਲਈ ਅੱਛਾ ਉਹਨਾਂ ਨੂੰ ਡਾਂਟਦਾ ਹੈ ਕਿ ਵੀ ਅੱਛੇ ਰਾਹ ਤੇ ਚੱਲਣ, ਤਾਂ ਇਸੇ ਤਰ੍ਹਾਂ ਸਾਡਾ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਨਾਸਰੀ ਜਿਹੜੇ ਹੈ ਉਹ ਸਾਨੂੰ ਵੀ ਤਾੜਨਾ ਦਿੰਦੇ ਆ ਤਾਂ ਕਿ ਮੇਰੇ ਬੱਚੇ ਜਿਹੜੇ ਆ ਉਹ ਪਵਿੱਤਰਤਾਈ ਦੇ ਵਿੱਚ ਆਪਣਾ ਜੀਵਨ ਗੁਜ਼ਾਰਨ। ਤਾਂ ਪਵਿੱਤਰਤਾਈ ਦੇ ਜੀਵਨ ਜਦੋਂ ਗੁਜ਼ਾਰਾਂਗੇ ਤਾਂ ਫਿਰ ਪਰਮੇਸ਼ਰ ਨੂੰ ਅਸੀਂ ਦੇਖ ਸਕਦੇ ਹਾਂ ਮੇਰੇ ਜੀਜੋ। ਬਿਨਾਂ ਪਵਿੱਤਰਤਾਈ ਤੋਂ ਅਸੀਂ ਪਰਮੇਸ਼ਰ ਨੂੰ ਦੇਖ ਨਹੀਂ ਸਕਦੇ। ਹਾਲੇਲੂਇਆ। ਜੇ ਅਸੀਂ ਕਹੀਏ ਵੀ ਪਰਮੇਸ਼ਰ ਦੇ ਨਾਲ ਅਸੀਂ ਚੱਲਦੇ ਹਾਂ ਤਾਂ ਚੱਲੀਏ ਅਸੀਂ ਗਲਤ ਤਰੀਕੇ ਦੇ ਵਿੱਚ ਜਾਂ ਗਲਤ ਕੰਮਾਂ ਦੇ ਵਿੱਚ ਜਾਂ ਗਲਤ ਹੋਰ ਜਿਹੜੇ ਪਰਮੇਸ਼ਰ ਦੇ ਵਚਨ 'ਚ ਲਿਖਿਆ ਕਿ ਕੰਮ ਨਹੀਂ ਕਰਨੇ ਹੈ। ਹਾਲੇਲੂਇਆ। ਤਾਂ ਅਸੀਂ ਉਹਦੇ ਵਿੱਚ ਚੱਲੀਏ ਫਿਰ ਅਸੀਂ ਪਵਿੱਤਰਤਾ 'ਚ ਚੱਲਦੇ ਹਾਂ? ਨਹੀਂ, ਅਸੀਂ ਪਵਿੱਤਰਤਾ ਦੇ ਵਿੱਚ ਨਹੀਂ ਚੱਲਦੇ ਹਾਂ। ਹਾਲੇਲੂਇਆ। ਅੱਜ ਪਰਮੇਸ਼ਰ ਦਾ ਵਚਨ ਸਾਨੂੰ ਦੱਸਦਾ ਹੈ ਮੇਰੇ ਜੀਜੋ ਕਿ ਅਸੀਂ ਕੀ ਆ? ਪਵਿੱਤਰਤਾ ਦੇ ਵਿੱਚ ਚੱਲਣਾ, ਫਿਰ ਅਸੀਂ ਪਰਮੇਸ਼ਰ ਨੂੰ ਦੇਖ ਸਕਦੇ ਹਾਂ ਮੇਰੇ ਜੀਜੋ। ਨਹੀਂ ਤਾਂ ਬਿਨਾਂ ਅਸੀਂ ਪਵਿੱਤਰਤਾ ਦੇ ਵਿੱਚ ਨਹੀਂ ਚੱਲਦੇ ਹਾਂ ਤਾਂ ਅਸੀਂ ਪਰਮੇਸ਼ਰ ਨੂੰ ਪਿਤਾ ਨੂੰ ਦੇਖ ਨਹੀਂ ਸਕਦੇ, ਤੇ ਨਾ ਉਹ ਸਾਡੇ ਵਿੱਚ ਰਹੇਗਾ ਤੇ ਨਾ ਉਹ ਸਾਡੇ ਵਿੱਚ ਕੰਮ ਕਰੇਗਾ ਮੇਰੇ ਜੀਜੋ। ਫਿਰ ਉਹ ਸ਼ੈਤਾਨ ਨੂੰ ਤੁਸੀਂ ਆਪਣੀਆਂ ਜ਼ਿੰਦਗੀਆਂ ਜਿਹੜੀਆਂ ਦਿੱਤੀਆਂ ਹੋਈਆਂ, ਸ਼ੈਤਾਨ ਤੁਹਾਨੂੰ ਫਿਰ ਆਪਣੇ ਤਾਰ ਨਾਲ ਆਪਣੇ ਤਰੀਕੇ ਤੌਰ ਦੇ ਨਾਲ ਤੁਹਾਨੂੰ ਚਲਾਉਣਾ ਚਾਹੁੰਦਾ ਹੈ। ਕਦੀ ਕਿਸੇ ਪਾਸੇ, ਕਦੀ ਗਲਤ ਕੰਮ, ਕਦੀ ਸ਼ਰਾਬਾਂ, ਕਦੀ ਨਸ਼ੇਬਾਜ਼ੀ, ਕਦੀ ਹੋਰ ਕਈ ਤਰ੍ਹਾਂ ਦੇ ਕੰਮ ਜਿਹੜੇ ਪਰਮੇਸ਼ਰ ਦੇ ਵਚਨ 'ਚ ਲਿਖਿਆ ਹੈ ਜਿਹੜੇ ਨਹੀਂ ਕਰਨੇ ਉਹ ਅਸੀਂ ਕਰਨੇ ਸ਼ੁਰੂ ਕਰ ਦਿੰਦੇ ਹਾਂ। ਕਿਉਂਕਿ ਸ਼ੈਤਾਨ ਜਿਹੜਾ ਹੈ ਤੁਹਾਨੂੰ ਗਲਤ ਪਾਸੇ ਲੈ ਕੇ ਜਾਣਾ ਚਾਹੁੰਦਾ ਹੈ। ਤੁਹਾਡੇ ਕੰਮਾਂ ਨੂੰ ਪਰਮੇਸ਼ਰ ਯਿਸੂ ਮਸੀਹ ਚਾਹੁੰਦਾ ਆ ਕਿ ਮੈਂ ਉਹਨਾਂ ਨੂੰ ਅੱਛੇ ਤਰੀਕੇ ਦੇ ਨਾਲ ਅੱਛੇ ਕੰਮਾਂ ਦੇ ਵਿੱਚ ਤੁਹਾਨੂੰ ਲੈ ਕੇ ਚੱਲਾਂ ਤਾਂ ਕਿ ਤੁਸੀਂ ਜ਼ਿੰਦਗੀ ਜਿਹੜੀ ਆ ਮੇਰੇ ਨਾਲ, ਪਰਮੇਸ਼ਰ ਪ੍ਰਭੂ ਯਿਸੂ ਜੀ ਕਹਿੰਦੇ ਤੁਸੀਂ ਮੇਰੇ ਨਾਲ ਜੀਵੋ ਤਾਂ ਪਵਿੱਤਰਤਾ ਦੇ ਵਿੱਚ ਜੀਵੋ ਤਾਂ ਫਿਰ ਤੁਸੀਂ ਮੈਨੂੰ ਦੇਖੋਗੇ। ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਜਿਹੜੇ ਉਹਦੇ ਨਾਲ ਸਿਧਾਏ ਗਏ ਹਨ, ਹਾਲੇਲੂਇਆ, ਜਿਹੜੇ ਉਹਦੇ ਨਾਲ ਸਿਧਾਏ ਗਏ ਹਨ ਤਾਂ ਧਰਮ ਦਾ ਸ਼ਾਂਤੀਦਾਇਕ ਫਲ ਦਿੰਦੀ ਆ ਮੇਰੇ ਜੀਜੋ। ਜਿਹੜਾ ਪਰਮੇਸ਼ਰ ਦੇ ਵਚਨ ਦੇ ਨਾਲ ਸਿਧਾਏ ਗਏ ਦਾ ਮਤਲਬ ਹੈ ਕਿ ਜਿਹੜੇ ਪਿਓਰ, ਬਿਲਕੁਲ ਜਿਹੜੇ ਪਾਕ ਤੇ ਸਾਫ਼ ਹੋ ਜਾਂਦੇ, ਸਿਧਾਏ ਜਾਂਦੇ ਆ ਪੂਰੀ ਤੌਰ ਤੇ, ਤਾਂ ਫਿਰ ਕੀ ਆ? ਉਹ ਸ਼ਾਂਤੀਦਾਇਕ ਫਲ ਦਿੰਦਾ ਹੈ। ਹਾਲੇਲੂਇਆ। ਫਿਰ ਉਹ ਸਾਨੂੰ ਸ਼ਾਂਤੀਦਾਇਕ ਫਲ ਦਿੰਦਾ, ਫਿਰ ਸਾਨੂੰ ਸ਼ਾਂਤੀ ਨਜ਼ਰ ਆਉਂਦੀ ਆ ਪਰਮੇਸ਼ਰ ਦੇ ਵਚਨ ਦੇ ਵਿੱਚੋਂ। ਫਿਰ ਸਾਨੂੰ ਅੱਛਾ ਲੱਗਦਾ ਹੈ ਕਿ ਅਸੀਂ ਪਰਮੇਸ਼ਰ ਦੇ ਨਾਲ ਕੀ ਕਰੀਏ? ਅਸੀਂ ਪਰਮੇਸ਼ਰ ਦੇ ਨਾਲ ਮੇਲ ਮਿਲਾਪ ਵੀ ਰੱਖਣਾ ਮੇਰੇ ਜੀਜੋ। ਹਾਲੇਲੂਇਆ। ਤਾਂ ਇੱਕ ਦੂਸਰੇ ਦੇ ਨਾਲ ਵੀ ਅਸੀਂ ਮੇਲ ਮਿਲਾਪ ਰੱਖਣਾ ਆ। ਸਭਨਾ ਅੱਗੇ ਲਿਖਿਆ ਉਹਦੀ 14 ਦੇ ਵਿੱਚ ਆਪਾਂ ਦੇਖਾਂਗੇ, ਪੜਾਂਗੇ, ਸਭਨਾ ਨਾਲ ਮੇਲ ਰੱਖਣ ਦਾ ਪਿੱਛਾ ਕਰੋ। ਕਹਿੰਦਾ ਸਭਨਾ ਦੇ ਨਾਲ ਮੇਲ ਰੱਖਣ ਦਾ ਪਿੱਛਾ ਕਰੋ ਮੇਰੇ ਜੀਜੋ, ਅਤੇ ਪਵਿੱਤਰਤਾਈ ਜਿਹਦੇ ਬਿਨਾ ਕੋਈ ਪ੍ਰਭੂ ਨੂੰ ਨਾ ਵੇਖੇਗਾ। ਹਾਲੇਲੂਇਆ। ਸਭਨਾ ਦੇ ਨਾਲ ਅਸੀਂ ਮੇਲ ਰੱਖਣਾ। ਪਰਮੇਸ਼ਰ ਦਾ ਵਚਨ ਸਾਨੂੰ ਕਹਿੰਦਾ ਹੈ, ਕਹਿੰਦਾ ਸਭਨਾ ਦੇ ਨਾਲ ਮੇਲ ਰੱਖਣਾ ਤੇ ਮੇਲ ਰੱਖਣ ਦਾ ਪਿੱਛਾ ਕਰੋ, ਅਤੇ ਪਵਿੱਤਰਤਾਈ ਦਾ ਜਿਹਦੇ ਬਿਨਾ ਕੋਈ ਪ੍ਰਭੂ ਨੂੰ
ਨਾ ਵੇਖੇਗਾ ਮੇਰੇ ਜੀਜੋ। ਹਾਲੇਲੂਇਆ। ਕੋਈ ਵੀ ਪ੍ਰਭੂ ਨੂੰ ਨਹੀਂ ਦੇਖੇਗਾ ਜਿਹੜਾ ਪਵਿੱਤਰਤਾ ਦੇ ਵਿੱਚ ਨਹੀਂ ਚੱਲੇਗਾ ਮੇਰੇ ਜੀਜੋ। ਤਾਂ ਸਾਰਿਆਂ ਦੇ ਨਾਲ ਅਸੀਂ ਕੀ ਕਰਨੀ ਆ? ਭਲਾਈ ਕਰਨੀ ਆ ਤੇ ਸਾਰਿਆਂ ਦਾ ਮੇਲ ਮਿਲਾਪ ਰੱਖਣਾ ਅਤੇ ਪਵਿੱਤਰਤਾ ਦੇ ਵਿੱਚ ਅਸੀਂ ਆਪਣਾ ਜੀਵਨ ਜਿਹੜਾ ਗੁਜ਼ਾਰਨਾ। ਤਾਂ ਫਿਰ ਅਸੀਂ ਪਰਮੇਸ਼ਰ ਪ੍ਰਭੂ ਨੂੰ ਦੇਖ ਸਕਦੇ ਹਾਂ ਮੇਰੇ ਜੀਜੋ। ਨਹੀਂ ਤਾਂ ਅਸੀਂ ਪ੍ਰਭੂ ਨੂੰ ਦੇਖ ਨਹੀਂ ਸਕਦੇ ਮੇਰੇ ਜੀਜੋ। ਸਾਫ਼ ਸਾਫ਼ ਪਰਮੇਸ਼ਰ ਦੇ ਵਚਨ 'ਚ ਲਿਖਿਆ ਹੈ, ਸਾਫ਼ ਸਾਫ਼ ਕਲੀਅਰ ਸਾਨੂੰ ਪਰਮੇਸ਼ਰ ਦੇ ਵਚਨ 'ਚ ਲਿਖਿਆ ਹੈ ਕਿ ਸਭਨਾਂ ਨਾਲ ਮੇਲ ਰੱਖਣ ਦਾ ਪਿੱਛਾ ਕਰੋ ਅਤੇ ਪਵਿੱਤਰਤਾ ਦਾ, ਜਿਹਦੇ ਬਿਨਾ ਕੋਈ ਪ੍ਰਭੂ ਨੂੰ ਨਾ ਵੇਖੇਗਾ। ਵੇਖਣਾ ਭਈ ਕੋਈ ਪਰਮੇਸ਼ਰ ਦੀ ਕਿਰਪਾ ਤੋਂ ਵਾਂਝਿਆ ਨਾ ਰਹੇ। ਵੇਖਣਾ ਕਿ ਕੋਈ ਪਰਮੇਸ਼ਰ ਦੀ ਕਿਰਪਾ ਤੋਂ ਵਾਂਝਿਆ ਨਾ ਰਵੇ ਮੇਰੇ ਜੀਜੋ। ਹਾਲੇਲੂਇਆ। ਸਾਨੂੰ ਸਾਰਿਆਂ ਨੂੰ ਸੋਚਣ ਦੀ ਜ਼ਰੂਰਤ ਆ ਕਿ ਅਸੀਂ ਪਰਮੇਸ਼ਰ ਦੀ ਕਿਰਪਾ ਤੋਂ ਵਾਂਝਾ ਨਹੀਂ ਰਹਿਣਾ। ਪਰਮੇਸ਼ਰ ਦਾ ਵਚਨ ਵੀ ਸਾਨੂੰ ਇਹੀ ਦੱਸਦਾ ਹੈ ਕਿ ਅਸੀਂ ਪਰਮੇਸ਼ਰ ਦੀ ਕਿਰਪਾ ਤੋਂ ਵਾਂਝਾ ਨਹੀਂ ਰਹਿਣਾ ਮੇਰੇ ਜੀਜੋ। ਹਾਲੇਲੂਇਆ। ਥੈਂਕ ਯੂ ਜੀਸਸ। ਇੱਕ ਹੋਰ ਆਪਾਂ ਦੇਖਾਂਗੇ ਇਸੇ ਦੀ ਇਬਰਾਨੀਆਂ ਉਹਦੀ 12 ਬਾਬ ਦੀ 27-28 ਇੱਕ ਆਇਤ ਦੇਖ ਕੇ ਆਪਾਂ ਉਸ ਤੋਂ ਬਾਅਦ ਫਿਰ ਇਹਨੂੰ ਆਪਾਂ ਬੰਦ ਕਰਾਂਗੇ। ਇਸੇ ਬਾਬ ਦੀ ਇਬਰਾਨੀਆਂ ਹਾਲੇਲੂਇਆ 12 ਬਾਬ ਦੀ 27-28 ਆਇਤ ਆਪਾਂ ਦੇਖਾਂਗੇ ਪਰਮੇਸ਼ਰ ਦੇ ਵਚਨ ਦੇ ਵਿੱਚੋਂ। ਹਾਲੇਲੂਇਆ। ਅਤੇ ਇਹ ਜਿਹੜਾ ਵਚਨ ਹੈ ਕਿ ਫਿਰ ਇੱਕ ਵਾਰੀ ਇਹ ਪਤਾ ਦਿੰਦਾ ਹੈ ਭਈ ਬਣਾਈਆਂ ਹੋਈਆਂ ਵਸਤਾਂ ਵਾਂਗੂ ਉਹਨੂੰ ਜਿਹੜੀਆਂ ਹਿਲਾਈਆਂ ਜਾਂਦੀਆਂ ਹਨ ਜੋ ਟਲ ਜਾਣਗੀਆਂ। ਹਾਲੇਲੂਇਆ। ਪਰਮੇਸ਼ਰ ਦਾ ਵਚਨ ਸਾਨੂੰ ਕੀ ਕਹਿ ਰਿਹਾ ਹੈ? ਹਾਲੇਲੂਇਆ। ਕਿ ਕਹਿ ਰਿਹਾ ਕਿ ਅਤੇ ਇਹ ਜਿਹੜਾ ਵਚਨ ਹੈ ਕਿ ਫਿਰ ਇੱਕ ਵਾਰੀ ਇਹ ਪਤਾ ਦਿੰਦਾ, ਵੀ ਇੱਕ ਵਾਰੀ ਫੇਰ ਪਤਾ ਦਿੰਦਾ ਜਿਹੜੀਆਂ ਬਣਾਈਆਂ ਹੋਈਆਂ ਬਣਾਈਆਂ ਹੋਈਆਂ ਚੀਜ਼ਾਂ ਹੈ, ਬਣਾਈਆਂ ਹੋਈਆਂ ਵਸਤਾਂ ਜਿਹੜੀਆਂ ਹਿਲਾਈਆਂ ਜਾਂਦੀਆਂ ਹਨ ਸੋ ਟਲ ਜਾਣਗੀਆਂ। ਕਹਿੰਦਾ ਉਹ ਸਾਰੀਆਂ ਟਲ ਜਾਣਗੀਆਂ। ਹਾਲੇਲੂਇਆ। ਪਰ ਪਰਮੇਸ਼ਰ ਦਾ ਵਚਨ ਕਦੀ ਨਹੀਂ ਟਲੇਗਾ ਮੇਰੇ ਵਿੱਚ। ਹਾਲੇਲੂਇਆ। ਪਰਮੇਸ਼ਰ ਦਾ ਵਚਨ ਕਦੀ ਨਹੀਂ ਟਲੇਗਾ। ਟਲ ਜਾਣਗੀਆਂ ਤਾਂ ਜੋ ਉਹ ਵਸਤਾਂ ਜਿਹੜੀਆਂ ਨਹੀਂ ਹਿਲਾਈਆਂ ਜਾਂਦੀਆਂ, ਤਾਂ ਕਿ ਉਹ ਜਿਹੜੀਆਂ ਵਸਤਾਂ ਨਹੀਂ ਹਿਲਾਈਆਂ ਜਾਂਦੀਆਂ ਉਹ ਬਣੀਆਂ ਰਹਿਣ। ਹਾਲੇਲੂਇਆ। ਜਦੋਂ ਤੁਸੀਂ ਇੱਕ ਰਾਜ, ਤੁਹਾਨੂੰ ਇੱਕ ਰਾਜ ਮਿਲਿਆ ਹੈ ਜਿਹੜਾ ਹਿਲਾਇਆ ਨਹੀਂ ਜਾਂਦਾ, ਤਾਂ ਆਓ ਅਸੀਂ ਧੰਨਵਾਦ ਕਰੀਏ। ਹਾਲੇਲੂਇਆ। ਜਿਹੜਾ ਇਹ ਰਾਜ ਤੁਹਾਨੂੰ ਪਰਮੇਸ਼ਰ ਦਿੰਦਾ ਹੈ, ਪਰਮੇਸ਼ਰ ਤੁਹਾਨੂੰ ਉਸ ਰਾਜ ਦੇ ਵਿੱਚ ਲੈ ਕੇ ਜਾਣਾ ਚਾਹੁੰਦਾ ਹੈ। ਪਰਮੇਸ਼ਰ ਨੇ ਤੁਹਾਨੂੰ ਇੱਕ ਰਾਜ ਦਿੱਤਾ ਹੈ, ਉਹ ਤੁਹਾਨੂੰ ਉਹਦੇ ਵਿੱਚ ਲਿਜਾਣਾ ਚਾਹੁੰਦਾ ਹੈ। ਤਾਂ ਫਿਰ ਅਸੀਂ ਕੀ ਕਰਨਾ ਹੈ? ਜਿਹੜਾ ਸਾਨੂੰ ਇੱਕ ਵਾਰੀ ਮਿਲਿਆ ਹੈ, ਜਿਹੜਾ ਹਿਲਾਇਆ ਨਹੀਂ ਜਾਂਦਾ। ਹਾਲੇਲੂਇਆ। ਇਹ ਰਾਜ ਜਿਹੜਾ ਸਾਨੂੰ ਪਰਮੇਸ਼ਰ ਦੇ ਲਈ ਉਹ ਹਿਲਾਇਆ ਨਹੀਂ ਜਾਂਦਾ ਜੇ ਅਸੀਂ ਪਰਮੇਸ਼ਰ ਦੇ ਵਿੱਚ ਪੂਰੇ ਤੌਰ ਤੇ ਅਸੀਂ ਪੂਰੇ ਮਨ ਦੇ ਨਾਲ ਅਪਵਿੱਤਰਤਾ ਦੇ ਵਿੱਚ ਆਪਣਾ ਜੀਵਨ ਜਿਹੜਾ ਗੁਜ਼ਾਰ ਕੇ ਪਰਮੇਸ਼ਰ ਦੇ ਨਾਲ ਅਸੀਂ ਆਪਣਾ ਪ੍ਰਭੂ ਦੇ ਨਾਲ ਨਾਤਾ ਜੋੜੀ ਰੱਖਦੇ ਹਾਂ, ਤਾਂ ਉਹ ਰਾਜ ਜਿਹੜਾ ਸਾਨੂੰ ਪਰਮੇਸ਼ਰ ਦੇਣ ਲਈ ਜਾ ਰਿਹਾ ਉਹਨੂੰ ਕੋਈ ਹਿਲਾ ਨਹੀਂ ਸਕਦਾ। ਹਾਲੇਲੂਇਆ। ਤਾਂ ਕੀ ਲਿਖਿਆ ਅੱਗੇ? ਆਓ ਅਸੀਂ ਧੰਨਵਾਦ ਕਰਦੇ ਇਸ ਕਰਦੇ ਕਿ ਅਸੀਂ ਭਗਤੀ ਅਤੇ ਭੈ ਨਾਲ ਪਰਮੇਸ਼ਰ ਦੀ ਉਹਦੀ ਉਪਾਸਨਾ ਕਰੀਏ। ਹਾਲੇਲੂਇਆ। ਫਿਰ ਪਰਮੇਸ਼ਰ ਕਹਿੰਦਾ ਉਹਦਾ ਡਰ ਰੱਖਦੇ। ਆਓ ਅਸੀਂ ਧੰਨਵਾਦ ਕਰੀਏ ਤਾਂ ਜਿਸ ਕਰਕੇ ਅਸੀਂ ਭਗਤੀ ਅਤੇ ਭੈ ਨਾਲ ਪਰਮੇਸ਼ਰ ਦੀ ਉਹ ਉਪਾਸਨਾ ਕਰੀਏ ਜੋ ਉਹਦੇ ਮਨ ਨੂੰ ਭਾਵੇ। ਹਾਲੇਲੂਇਆ। ਉਹਦੇ ਮਨ ਨੂੰ ਭਾਵੇ ਮੇਰੇ ਜੀਜੋ। ਉਹ ਭਗਤੀ ਕਰੀਏ ਅਸੀਂ, ਉਹਦਾ ਭੈ ਰੱਖ ਕੇ ਅਸੀਂ ਉਹ ਭਗਤੀ ਕਰੀਏ ਜਿਹੜੀ ਉਹਦੇ ਮਨ ਨੂੰ ਭਾਵੇ। ਕਿਹਨੂੰ? ਪਰਮੇਸ਼ਵਰ ਨੂੰ ਭਾਵੇ ਮੇਰੇ ਜੀਜੋ। ਹਾਲੇਲੂਇਆ। ਭਗਤੀ ਤਾਂ ਮੇਰੇ ਜੀਜੋ ਬਹੁਤ ਲੋਕੀ ਕਰਦੇ ਹੈ। ਹਾਲੇਲੂਇਆ। ਪਰ ਕਈ ਵਾਰੀ ਇਦਾਂ ਦੀ ਉਹ ਲੋਕੀ ਭਗਤੀ ਕਰਦੇ ਆ ਪਰ ਉਹਦੇ ਮਨ ਨੂੰ ਨਹੀਂ ਪਾਉਂਦੇ ਆ। ਅਸੀਂ ਉਹ ਭਗਤੀ ਕਰਨੀ ਆ, ਉਹ ਪਿਆਰ ਪਰਮੇਸ਼ਰ ਨੂੰ ਕਰਨਾ ਹੈ ਜਿਹੜਾ ਪਰਮੇਸ਼ਰ ਸਾਡੇ ਤੋਂ ਚਾਹੁੰਦਾ ਹੈ। ਹਾਲੇਲੂਇਆ। ਉਹ ਜ਼ਿੰਦਗੀਆਂ ਸਾਡੀਆਂ ਪਰਮੇਸ਼ਰ ਦੇ ਨਾਲ ਉਹ ਹੋਣੀਆਂ ਚਾਹੀਦੀਆਂ ਜਿਹੜਾ ਕਿ ਪਰਮੇਸ਼ਰ ਸਾਡੇ ਕੋਲੋਂ ਚਾਹੁੰਦਾ ਹੈ। ਫਿਰ ਪਰਮੇਸ਼ਰ ਸਾਨੂੰ ਪਿਆਰ ਕਰਦਾ ਹੈ ਮੇਰੇ ਜੀਜੋ। ਨਹੀਂ ਤਾਂ ਪ੍ਰਭੂ ਯਿਸੂ ਸਾਨੂੰ ਪਿਆਰ ਨਹੀਂ ਕਰਦਾ, ਕਿਉਂਕਿ ਅਸੀਂ ਪਰਮੇਸ਼ਰ ਦੀ ਗੱਲ ਨਹੀਂ ਮੰਨਦੇ। ਤਾਂ ਪਰਮੇਸ਼ਰ ਸਾਨੂੰ ਕਿਸ ਤਰ੍ਹਾਂ ਪਿਆਰ ਕਰੇਗਾ ਮੇਰੇ ਜੀਜੋ। ਹਾਲੇਲੂਇਆ। ਕਹਿੰਦਾ ਆਓ ਅਸੀਂ ਕੀ ਕਰੀਏ? ਧੰਨਵਾਦ ਕਰੀਏ ਜਿਸ ਕਰਕੇ ਅਸੀਂ ਭਗਤੀ ਅਤੇ ਭੈ ਨਾਲ ਪਰਮੇਸ਼ਰ ਦੀ ਉਪਾਸਨਾ ਕਰੀਏ ਜੋ ਉਹਦੇ ਮਨ ਨੂੰ ਭਾਵੇਂ। ਕਿਉਂ? ਜੋ ਉਹ ਸਾਡਾ ਪਰਮੇਸ਼ਰ ਭਸਮ ਕਰਨ ਵਾਲੀ ਅੱਗ ਵੀ ਹੈ। ਹਾਲੇਲੂਇਆ। ਤੇ ਜਦੋਂ ਮੇਰੇ ਜੀਜੋ ਜਦੋਂ ਅਸੀਂ ਨਹੀਂ ਪਰਮੇਸ਼ਰ ਦੀ ਆਵਾਜ਼ ਸੁਣਦੇ ਤਾਂ ਉਹ ਭਸਮ ਕਰਨ ਵਾਲੀ ਅੱਗ ਵੀ ਹੈ ਮੇਰੇ ਜੀਜੋ। ਹਾਲੇਲੂਇਆ। ਇਹ ਸਾਨੂੰ ਬਹੁਤ ਸਿੱਖਣ ਦੀ ਜ਼ਰੂਰਤ ਹੈ ਮੇਰੇ ਜੀਜੋ। ਇਹ ਜਿਹੜੀ ਭਸਮ ਕਰਨ ਵਾਲੀ ਅੱਗ ਵੀ ਹੈ ਮੇਰੇ ਜੀਜੋ। ਪਰ ਅਸੀਂ ਕੀ ਕਰਨਾ ਹੈ? ਪਰਮੇਸ਼ਵਰ ਦੇ ਨਾਲ ਜਿਹੜਾ ਹੈ ਪੂਰੀ ਤੌਰ ਤੇ ਪਵਿੱਤਰਤਾ ਦੇ ਵਿੱਚ ਚੱਲਣਾ, ਉਹ ਭਗਤੀ ਕਰਨੀ ਜਿਹੜੀ ਪਰਮੇਸ਼ਰ ਨੂੰ ਭਾਉਂਦੀ ਆ ਮੇਰੇ ਜੀਜੋ। ਹਾਲੇਲੂਇਆ। ਉਹਨੂੰ ਭਾਵੇ ਉਹ ਭਗਤੀ ਅਸੀਂ ਕਰਨੀ ਹੈ ਪਰਮੇਸ਼ਰ ਦੇ ਨਾਲ। ਫੇਰ ਦੇਖੋ ਪਰਮੇਸ਼ਰ ਤੁਹਾਨੂੰ ਕਿੱਦਾਂ ਬੁਲੰਦੀਆਂ ਤੇ ਲੈ ਕੇ ਜਾਂਦਾ। ਪਰਮੇਸ਼ਰ ਕਹਿੰਦਾ ਜੇ ਤੁਸੀਂ ਮੇਰੇ ਅੱਗੇ ਕਹਿੰਦਾ ਇੱਕ ਕਦਮ ਵੀ ਕਹਿੰਦਾ ਉਹਨੇ 10 ਕਦਮ ਮੈਂ ਤੁਹਾਡੇ ਵੱਲ
ਆਵਾਂਗਾ। 10 ਕਦਮ ਪਰਮੇਸ਼ਰ ਨੇ ਕਿਹਾ ਕਿ ਮੈਂ ਤੁਹਾਡੇ ਲਈ ਆਵਾਂਗਾ। ਇੱਕ ਕਦਮ ਤਾਂ ਤੁਸੀਂ ਪਰਮੇਸ਼ਰ ਦੇ ਅੱਗੇ ਆਓ, ਤਾਂ ਫਿਰ ਪਰਮੇਸ਼ਰ ਦਾ ਵਚਨ ਸਾਨੂੰ ਦੱਸਦਾ ਕਿ ਮੈਂ ਤੁਹਾਡੇ ਲਈ ਅੱਗੇ 10 ਕਦਮ ਆਵਾਂਗਾ। ਪਰਮੇਸ਼ਰ ਇਸ ਕਰਕੇ ਪਰਮੇਸ਼ਰ ਸਾਨੂੰ ਕੀ ਕਰਦੇ ਹਾਂ, ਸਾਨੂੰ ਅਨੁਸ਼ਾਸਨ ਦੇ ਵਿੱਚ ਲਿਆ ਕੇ ਸਾਨੂੰ ਅੱਛੀ ਜ਼ਿੰਦਗੀ ਜਿਉਣਾ ਚਾਹੁੰਦੇ ਹੈ, ਤਾਂ ਕਿ ਅਸੀਂ ਪਰਮੇਸ਼ਰ ਦੇ ਸਵਰਗ ਰਾਜ ਦੇ ਲਈ ਤਿਆਰ ਹੋ ਜਾਈਏ। ਮੇਰੇ ਜੀਜੋ, ਇੱਥੇ ਮੈਂ ਪਹਿਲਾਂ ਵੀ ਦੱਸਦਾ ਹੁੰਨਾ ਕਿ 70 ਨਹੀਂ ਤੇ 80 ਵਰੇ ਜਿਹੜਾ ਪਰਮੇਸ਼ਰ ਦੇ ਵਚਨ ਦੇ ਮੁਤਾਬਕ ਜਿਹੜੀ ਆ ਉਮਰ ਲਿਖੀ ਹੋਈ ਆ, ਉਹਨਾਂ 70 ਤੇ 80 ਵਰਿਆਂ ਦੇ ਵਿੱਚ ਅਸੀਂ ਕੀ ਕਰਨਾ ਹੈ? ਹਾਲੇਲੂਇਆ, ਅਸੀਂ ਪਰਮੇਸ਼ਵਰ ਦੇ ਨਾਲ ਆਪਣੀ ਜ਼ਿੰਦਗੀ ਗੁਜ਼ਾਰਾਂਗੇ ਤਾਂ ਅਸੀਂ ਸਵਰਗ ਰਾਜ ਲਈ ਤਿਆਰ ਹੋ ਜਾਾਂਗੇ। ਮੇਰੇ ਚੀਜ਼ੋ, ਨਹੀਂ ਤਾਂ ਮੇਰੇ ਚੀਜ਼ੋ, ਜੇਕਰ ਅਸੀਂ ਨਹੀਂ ਪਰਮੇਸ਼ਰ ਦੇ ਨਾਲ ਜੁੜਾਂਗੇ ਤਾਂ ਫਿਰ ਪਰਮੇਸ਼ਰ ਦੇ ਵਚਨ 'ਚ ਲਿਖਿਆ ਪਰਮੇਸ਼ਰ ਭਸਮ ਕਰਨ ਵਾਲੀ ਅੱਗ ਵੀ ਹੈ। ਹਾਲੇਲੂਇਆ, ਅੱਜ ਅਸੀਂ ਸਿੱਖਿਆ ਹੈ ਸਾਰਿਆਂ ਨੇ, ਮੈਂ ਵੀ ਵਿੱਚ ਹੀ ਹਾਂ, ਤੇ ਅਸੀਂ ਪਰਮੇਸ਼ਰ ਦੇ ਨਾਲ ਪਵਿੱਤਰਤਾ ਦੇ ਜੀਵਨ ਗੁਜ਼ਾਰੀਏ। ਉਹ ਭਗਤੀ ਅਸੀਂ ਕਰੀਏ ਜਿਹੜੀ ਪਰਮੇਸ਼ਰ ਨੂੰ ਮਨ ਭਾਉਂਦੀ ਆ, ਉਹਦੇ ਭੈ ਉਹਦੇ ਮੁਤਾਬਕ ਹੈ, ਉਹ ਭਗਤੀ ਕਰੀਏ ਤਾਂ ਫਿਰ ਪਰਮੇਸ਼ਰ ਤੁਹਾਨੂੰ ਬਹੁਤ ਬੜੀ ਬਰਕਤ ਤੇ ਬਹੁਤ ਵੱਡੀ ਆਸ਼ੀਸ਼ ਦੇ। ਖੁਦਾ ਇਹਨਾਂ ਵਚਨਾਂ ਤੁਹਾਨੂੰ ਬਹੁਤ ਬੜੀ ਬਰਕਤ ਤੇ ਆਸ਼ੀਸ਼ ਦੇ। ਆਮੀਨ।